उस रसाना गाँव के मुंडे ने उन्होंने कुड़ी नूं लिया के काउ शैड विच बंद किया 6 दिन। फिर 7वें दिन उन्होंने रेप करने की कोशिश की ते उन्हें क्या मैं माँ प्यो ने दस देंगी ते अपने ते उन्हें उदा गला घोटिया ते मारता। सैकड़ों नौजवानों नूं कठुआ डिस्ट्रिक्ट दे अरेस्ट किया और टॉर्चर किया ताकि झूठे बयानों के आधार नाल 7-8 बंदियां नूं इंप्लीकेट करता फॉल्स केस या कोई सिट बैठी हो कोई जांच हुई हो ਉਹਦੇ ਆਧਾਰ ਤੇ ਚਲਾਨ ਪੇਸ਼ ਕੀਤਾ ਗਿਆ ਹੋਣਾ। ਚਲਾਨ ਦੀ ਕਹਾਣੀ ਝੂਠੀ ਇੰਨੀ ਝੂਠੀ ਹੈ ਕਿ ਤੁਸੀਂ ਮਾਥਾ ਫੋੜ ਲਓ ਕਿ ਇਹ ਸਾਡੇ ਦੇਸ਼ ਦੀ ਪੁਲਿਸ ਹੈ। ਦੇਖੋ ਝੂਠ ਬੋਲਣ ਦੇ ਵੀ ਕਾਇਦੇ ਹੁੰਦੇ ਆ, ਮਾਰਦੇ ਵੀ ਹੈਗੇ, ਕਤਲ ਵੀ ਕਰਦੇ ਤੇ ਵਿਕਟਿਮ ਵੀ ਖੁਦ ਬਣਾਉਣ ਦੀ ਉਹਨਾਂ ਨੂੰ ਕਲਾ ਆਉਂਦੀ ਹੈ। ਕੇਸ ਨੂੰ ਚੁਣੌਤੀ ਦੇਣੀ ਪੈਂਦੀ ਹੈ ਕਿ ਗਲਤ ਕਹਾਣੀ ਬਣਾਈ ਗਈ ਹੈ। ਉਸ ਲੈਵਲ ਦੇ ਵਕੀਲ ਹੈਗੇ ਨੇ ਜਿਹੜੇ ਉਸ ਕੇਸ ਨੂੰ ਚੁਣੌਤੀ ਦੇ ਸਕਦੇ ਨੇ। ਇਹ ਬੜੀ ਮੁਸ਼ਕਿਲ ਗੱਲ ਹੈਗੀ ਹੈ ਕਿ ਉਸ ਲੈਵਲ ਦੇ ਵਕੀਲ ਇਹਨਾਂ 8 ਪਰਿਵਾਰਾਂ ਕੋਲ ਤਾਂ 7 ਪਰਿਵਾਰਾਂ ਕੋਲ ਹੈ ਨਹੀਂ ਕਿਉਂਕਿ ਗਰੀਬ ਹੈ ਔਰ ਜਿਹੜੇ ਲੈਫਟਿਸਟ ਇਕੋਸਿਸਟਮ ਵਿੱਚ ਵੱਡੇ ਵੱਡੇ ਵਕੀਲ ਖੜੇ ਹੋ ਜਾਂਦੇ ਹੈ ਉਹਨਾਂ ਦੇ ਟੈਰਰਿਸਟ ਲਈ ਵੀ। ਸਾਡੇ ਕੋਲ ਨਹੀਂ ਹੈਗੇ ईमानदार वकील जो ज़्यादा पैसा ले बगैर गरीबों का काम फ्री करते नहीं है। कहते जी उहदे सिर ते पत्थर मारिया उहदा एक बूंद नहीं सिर ते कोई क्रैक नहीं हुई बोन। जिहड़ी इंजरीज हैगी एक ईयर कंन दे पिछे छोटी एक थाई ते अब्रेशन। मैं डंके दी चोट नाल कह रही हाँ ये मास्टरमाइंड महबूबा मुफ्ती ने किया। जम्मू यूनिवर्सिटी चो रस्टिकेट होया वायलेंस लई और कहंदा मैं लॉयर हाँ, कभी उन्हें पास ही नहीं की डिग्री। झूठा फरेबी क्रिमिनल है बंदा जो इहदा लीडर बन गया। ਕੁਝ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਪਿੱਛੇ ਜੋ ਸਾਹਮਣੇ ਦਿੰਦਾ ਹੈ ਉਹ ਸੱਚਾਈ ਨਹੀਂ ਹੁੰਦੀ, ਪਰਦੇ ਪਿੱਛੇ ਕਹਾਣੀ ਹੋਰ ਹੁੰਦੀ ਹੈ। ਮੀਡੀਆ ਤੂਲ ਦੇ ਕੇ ਘਟਨਾਵਾਂ ਦਾ ਰੁਖ ਚੇਂਜ ਕਰ ਦਿੰਦਾ, ਪਰ ਆਖਿਰਕਾਰ ਜੋ ਮਿਹਨਤੀ ਬੰਦੇ ਹੁੰਦੇ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਇਹ ਕਹਾਣੀ ਉਲਟ ਹੈ ਉਹ ਮੋਟੀਆਂ ਕਿਤਾਬਾਂ ਵੀ ਲਿਖ ਦਿੰਦੇ ਨੇ ਸਾਰੇ ਮਾਮਲੇ ਨੂੰ ਲੈ ਕੇ। ਮੇਰੇ ਹੱਥ 'ਚ ਇੱਕ ਕਿਤਾਬ ਹੈ ਕਠੂਆ ਕਾਂਡ ਨਾਲ ਸੰਬੰਧਿਤ 600 ਤੋਂ ਵੱਧ ਪੰਨਿਆਂ ਦੀ ਇਹ ਕਿਤਾਬ ਹੈ। ਕਿਤਾਬ ਦੇ ਲੇਖਕ ਨੇ ਮਧੂ ਕਿਸ਼ਾਵਰ। ਇਹਨਾਂ ਨਾਲ ਗੱਲ ਕਰਦੇ ਹਾਂ ਕਿ ਇਹਨਾਂ ਨੂੰ ਇੰਨੀ ਮਿਹਨਤ ਇੱਕ ਕੇਸ ਪਿੱਛੇ ਕਿਉਂ ਕਰਨੀ ਪਈ। ਮੈਂ ਪਹਿਲਾਂ ਆਪਦੇ ਬਾਰੇ ਥੋੜ੍ਹਾ ਦੱਸੋ, ਤੁਸੀਂ ਕਿੱਥੇ ਪੜ੍ਹਾਉਂਦੇ ਹੋ, ਕੀ ਕਰਦੇ ਹੋ? एक तो मेरा पूरा नाम है मधु पूर्णिमा किश्वर। हाँ, ज़्यादा लोग मधु किश्वर के नाम नाल जानते। मैं जी दिल्ली च रहनी हाँ और बहुत साल तक मैं एक दिल्ली यूनिवर्सिटी पढ़ाया भी एक कॉलेज। फिर मैं सेंटर फॉर द स्टडी ऑफ डेवलपिंग सोसाइटीज़ विच प्रोफेसर सी। उसके बाद इंडियन काउंसिल ऑफ सोशल साइंस रिसर्च जो मिनिस्ट्री एजुकेशन मिनिस्ट्री की है संस्था, वहाँ पे मैं नेशनल प्रोफेसर थी, वो अवार्ड होता है। और फिर नेहरू मेमोरियल के साथ फेलोशिप, मेरी सीनियर फेलोशिप। तो ऐसे मैं रिसर्च का अब ज़्यादा काम करती हूँ, पढ़ाने का कम। ਕਠੂਆ ਕਾਂਡ ਜਦੋਂ ਹੋਇਆ ਤੁਹਾਨੂੰ ਸ਼ੁਰੂ ਤੋਂ ਕਹਾਣੀ ਫੇਕ ਲੱਗੀ ਕਿ ਬਾਅਦ ਦੇ ਵਿੱਚ ਤੱਥ ਸਾਹਮਣੇ ਆਏ? देखो कहानी मैनू इसलिए फेक लगी, नंबर 1 ਪਹਿਲਾਂ ਥੋੜੀ ਜੀ ਕਠੂਆ ਕਾਂਡ ਬਾਰੇ ਥੋੜੀ ਜਾਣਕਾਰੀ ਦੇ ਦਿਓ। कठुआ कांड की कहानी सिंपल है जी। 10 जनवरी 2018 ਨੂੰ ਕਹਿੰਦੇ ਹੈ ਜੀ ਇੱਕ ਬੱਕਰਵਾਲ ਮੁਸਲਮਾਨ ਕੁੜੀ ਗਾਇਬ ਹੁੰਦੀ ਹੈ। ਕਹਿੰਦੇ 8 ਸਾਲ ਦੀ ਹੈ, ਹੈਗੀ ਨਹੀਂ 8 ਸਾਲ ਦੀ ਸੀ। ਮੇਰਾ ਸਟੱਡੀ ਕਹਿੰਦੀ ਹੈ ਥੋੜੀ ਵੱਡੀ ਸੀਗੀ, 12 ਸਾਲ ਦੀ ਹੋਣੀ ਹੈ। ਖੈਰ ਜਿੰਨੇ ਦੀ ਵੀ ਸੀ ਉਹ ਗਾਇਬ, ਕਹਿੰਦੇ ਜੀ ਗਾਇਬ ਹੋ ਗਈ। ਉਹ ਘੋੜੇ ਚਰਾਣ ਗਈ ਸੀਗੀ ਫੋਰੈਸਟ ਵਿੱਚ ਤੇ ਗਾਇਬ ਹੋ ਗਈ। ਔਰ ਫਿਰ 17 ਤਰੀਕ ਨੂੰ ਰਸਾਨਾ ਗਾঁव ਛੋਟਾ ਜਿਹਾ ਹੈਗਾ 15-16 ਘਰਾਂ ਦਾ ਕਠੂਆ ਡਿਸਟ੍ਰਿਕਟ ਵਿੱਚ, ਉਹ ਫੋਰੈਸਟ ਦੇ ਵਿੱਚੋਂ ਵਿੱਚ ਤੇ ਉਹਦੇ ਪਿੱਛੇ ਪਿਛਵਾੜੇ 'ਚ ਉਹਦੀ ਲਾਸ਼ ਮਿਲਦੀ ਹੈ। ਤੇ ਕਹਿੰਦੇ ਕਿ ਪਹਿਲੇ ਕਹਿੰਦੇ ਸੀ ਕਿ ਇੱਕ ਮੁੰਡੇ ਨੇ ਉਸ ਰਸਾਨਾ ਗਾँव ਦੇ ਮੁੰਡੇ ਨੇ ਉਹਨੂੰ ਕੁੜੀ ਨੂੰ ਲਿਆ ਕੇ ਕਾਊ ਸ਼ੈਡ ਵਿੱਚ ਬੰਦ ਕੀਤਾ ਸੀ 6 ਦਿਨ। ਫਿਰ 7ਵੇਂ ਦਿਨ ਉਹਨੂੰ ਰੇਪ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨੇ ਕਿਹਾ ਮੈਂ ਮਾਂ ਪਿਓ ਨੂੰ ਦੱਸ ਦਿਆਂਗੀ ਤੇ ਆਪਣੇ ਤੇ ਉਹਨੇ ਉਹਦਾ ਗਲਾ ਘੋਟਿਆ ਤੇ ਮਾਰਤਾ। और फिर कहते नहीं उन्होंने अरेस्ट करके उस लड़के नू फिर नैरेटिव पूरा बदलता। 3 SIT बनिया इस विच ते SIT विच बड़े टेढ़े और क्रिमिनल किस्म के लोग भी रखे गए।
ਮਹਿਬੂਬਾ ਮੁਫਤੀ ਨੇ ਜਿਹੜੀ ਕਸ਼ਮੀਰ ਵਾਲੀ SIT ਲਿਆਈ, ਜੋ ਉਹਦਾ ਹੈਡ ਸੀਗਾ, ਉਹ ਖੁਦ ਵੀ ਰੇਪ ਦਾ ਮਸਲਾ ਸੀਗਾ, ਥਾਣੇ ਵਿੱਚ ਉਹਨੇ ਇੱਕ ਹਿੰਦੂ ਕੁੜੀ ਨੂੰ 7 ਦਿਨ ਰੱਖ ਕੇ ਰੇਪ ਕੀਤਾ ਸੀ, ਉਹਦੇ ਭਰਾ ਨੂੰ ਟੌਰਚਰ ਕਰਕੇ ਕਸਟਡੀ 'ਚ ਮਾਰਿਆ ਵੀ ਸੀਗਾ, ਤੇ ਉਹ 12 ਸਾਲ ਸਸਪੈਂਡ ਰਿਹਾ। ਮਹਿਬੂਬਾ ਮੁਫਤੀ ਉਹਨੂੰ 12 ਸਾਲ ਬਾਅਦ ਰੀਇਨਸਟੇਟ ਕਰਕੇ ਇਸ ਕੇਸ ਦਾ ਜ਼ਿੰਮੇਦਾਰ ਬਣਾਉਂਦੀ ਹੈ। ਖੈਰ ਫਿਰ ਕਹਿੰਦੇ ਜੀ ਨਹੀਂ, ਉਹ ਕਾਊਸ਼ੈਡ ਵਾਲੀ ਕਹਾਣੀ ਨਹੀਂ, ਦੂਜੀ ਕਹਾਣੀ ਹੈ ਜੀ। ਇਹ ਰਸਾਨਾ ਦਾ ਜੀ ਇੱਕ ਮੰਦਿਰ ਹੈਗਾ ਬਾਬਾ ਕਾਲੀਵੀਰ ਦੇਵਸਥਾਨ, ਉਹਨਾਂ ਦਾ ਕੁਲ ਦੇਵਤਾ ਦਾ। ਇਸ ਵਿੱਚ ਸਾਂਝੀ ਰਾਮ ਜੋ ਰਿਟਾਇਰਡ ਪਟਵਾਰੀ ਸੀਗਾ, ਇਹਨੇ ਆਪਣੇ ਪਰਿਵਾਰ ਦੇ ਔਰ ਬਾਕੀ ਮੁੰਡਿਆਂ ਨੂੰ ਪਕੜ ਕੇ ਕਿਹਾ ਕਿ ਇਹ ਕੁੜੀ ਨੂੰ ਪਕੜਨਿਆ, ਇਹਨੂੰ ਮਰਵਾਉਣਾ ਹੈ, ਤੇ ਤਾਂ ਕਿ ਬੱਕਰਵਾਲ ਇੱਥੋਂ ਡਰ ਕੇ ਭੱਜ ਜਾਣ। ਸੱਚ ਦੂਸਰਾ ਹੈ, ਇਸ ਕੁੜੀ ਦਾ ਕਤਲ ਇਸ ਲਈ ਹੋਇਆ ਕਿਉਂਕਿ ਹਿੰਦੂਆਂ 'ਤੇ ਗਾਜ ਗਿਰਾਣੀ ਸੀ, ਔਰ ਕਥੂਆ ਨੂੰ ਹਿੰਦੂ ਮੈਜੋਰਿਟੀ ਤੋਂ ਮੁਸਲਿਮ ਮੈਜੋਰਿਟੀ ਡਿਸਟ੍ਰਿਕਟ ਬਣਵਾਉਣਾ ਹੈ, ਬਾਰਡਰ ਨਾਲ ਹੈਗਾ ਪਾਕਿਸਤਾਨ ਦੇ, ਬੜਾ ਜਿਓਪੋਲੀਟਿਕਲੀ ਸੈਂਸਿਟਿਵ ਹੈਗਾ। ਤੇ ਕਹਿੰਦੇ ਜੀ ਸਾਂਝੀ ਰਾਮ ਜੋ ਰਿਟਾਇਰਡ ਪਟਵਾਰੀ ਹੈ, ਬੜਾ ਧਾਰਮਿਕ ਬੰਦਾ, ਸ਼ਰੀਫ ਬੰਦਾ, ਬੜੀ ਇੱਜ਼ਤਦਾਰ ਪਰਿਵਾਰ ਸੀਗਾ, ਤੇ ਇਹਨੇ ਕਰਵਾਇਆ। ਔਰ ਕਹਿੰਦੇ ਜੀ ਮੰਦਿਰ ਵਿੱਚ ਫਿਰ ਕਹਿੰਦੇ ਕਿ ਆਪਣੇ ਭਾਂਜੇ ਨੂੰ ਤੇ ਇੱਕ ਹੋਰ ਬੰਦੇ ਨੂੰ ਕਹਿ ਕੇ ਅਬਡਕਟ ਕਰਵਾਉਂਦਾ ਹੈ। ਫਿਰ ਕਹਿੰਦੇ ਭਾਂਜਾ ਜੋ ਹੈਗਾ ਆਪਣੇ ਕਜ਼ਨ ਨੂੰ ਕਹਿੰਦਾ ਹੈ, ਸਾਂਝੀ ਰਾਮ ਦੇ ਪੁੱਤਰ ਨੂੰ, ਜੇ ਮੁਜ਼ੱਫਰ ਨਗਰ ਪੜ੍ਹ ਰਿਹਾ ਸੀਗਾ, ਤੂੰ ਆ ਜਾ, ਇਹਨੂੰ ਰੇਪ ਕਰਨਾ ਹੈ ਤੇ ਆਪਣੀ ਲਸਟ ਨੂੰ ਸੈਟਿਸਫਾਈ ਕਰਨਾ ਹੈ। ਤੇ ਉਹ ਇਮਤਿਹਾਨ ਛੱਡ ਕੇ ਆ ਜਾਂਦਾ ਹੈ, ਉਹ ਵੀ ਗੈਂਗ ਰੇਪ ਕਰਦਾ ਹੈ। ਇਹ ਜੀ ਚਾਰਜ ਸ਼ੀਟ ਵਿੱਚ ਲਿਖਿਆ ਗਿਆ। ਫਿਰ 1-2 ਵਾਰ ਹੋਰ ਉਹਨੂੰ ਗੈਂਗ ਰੇਪ ਕਰਦੇ ਆ ਮੰਦਿਰ ਵਿੱਚ ਹੀ। ਫਿਰ ਉਹਨੂੰ 16 ਤਾਰੀਖ ਨੂੰ ਉਹਦੀ ਡੈਡ ਬੋਡੀ ਸੱਟ ਦਿੰਦੇ ਆਪਣੇ ਪਿਛਵਾੜੇ 'ਚ। ਅੱਛਾ, ਚੱਲੀ ਗੱਲ ਹੈ ਕਿ ਉਹ ਜਿਹਨੂੰ ਮੰਦਿਰ ਕਹਿੰਦੇ ਆ ਨਾ, ਇੱਕ ਰੂਮ ਦਾ ਕਮਰਾ ਹੈਗਾ, 3 ਮਿੰਟ ਦੀ ਦੂਰੀ ਵੀ ਨਹੀਂ ਹੈ ਰਸਾਨਾ ਗਾঁव ਤੋਂ। ਮੰਦਿਰ ਤੋਂ ਉਹ ਜਿਹੜੀ ਕੁੜੀ ਦਾ ਘਰ ਹੈਗਾ ਪਰਿਵਾਰ ਦਾ, ਉਹ ਮੁਸ਼ਕਿਲ ਨਾਲ 4-5 ਮਿੰਟ ਦੂਰੀ 'ਤੇ, ਯਾਨੀ ਉਹ ਖੁੱਲ੍ਹਾ ਹੈਗਾ, ਕੋਈ ਵੀ ਆ ਸਕਦਾ ਹੈ ਸਵੇਰੇ ਸ਼ਾਮੀ, ਕੋਈ ਵੀ ਉੱਥੇ ਜਦੋਂ ਮੰਦਿਰ ਖੁੱਲ੍ਹਦਾ ਹੈ। ਫਿਰ ਜਿਹੜੀਆਂ ਉਹਦੀਆਂ ਖਿੜਕੀਆਂ ਹੈ ਬਿਲਕੁਲ ਓਪਨ ਟੂ ਵਿਊ ਹੈਗੀਆਂ, ਟਰਾਂਸਪੇਰੈਂਟ, ਕੋਈ ਉਹ ਸ਼ੀਸ਼ੇ ਨਹੀਂ ਲੱਗੇ, ਸਿਰਫ ਜਾਲੀ ਲੱਗੀ ਹੈ, ਤੇ ਇਹਦਾ ਮਤਲਬ ਖੁੱਲ੍ਹਾ ਹੈਗਾ, ਬਾਹਰ ਤੋਂ ਵੀ ਕੋਈ ਝਾਂਕ ਕੇ ਦੇਖ ਸਕਦਾ ਹੈ। ਉसी ਦੌਰਾਨ ਮਕਰ ਸੰਕ੍ਰਾਂਤੀ ਵੀ ਹੁੰਦੀ ਹੈ, ਉसी ਦੌਰਾਨ ਲੋਹੜੀ ਵੀ ਹੁੰਦੀ ਹੈ, ਲੋਕ ਆਉਂਦੇ ਹੈ, ਕੀਰਤਨ ਵੀ ਹੁੰਦਾ ਹੈ, ਭੰਡਾਰਾ ਵੀ ਹੁੰਦਾ ਹੈ। ਤੇ ਕਹਿੰਦੇ ਜੀ ਕੁੜੀ ਉੱਥੇ ਹੀ ਪਈ ਰਹੀ, ਉਹਨੂੰ ਛੁਪਾ ਕੇ ਰੱਖਿਆ। ਐਸੇ ਮੰਦਿਰ ਵਿੱਚ ਕੋਈ ਛੁਪਾ ਕੇ ਰੱਖ ਸਕਦਾ ਹੈ? ਇੱਕ ਕਮਰੇ ਦੀ ਜਗ੍ਹਾ, ਕੋਈ ਛੁਪਾਉਣ ਦੀ ਜਗ੍ਹਾ ਨਹੀਂ, ਕੋਈ ਤਹਿਖਾਨਾ ਨਹੀਂ, ਕੋਈ ਉਸ ਵਿੱਚ ਅਲਮਾਰੀਆਂ ਨਹੀਂ, ਕੁਛ ਨਹੀਂ ਹੈਗਾ। ਔਰ ਕੋਈ ਵੀ, ਉਹਦੇ ਮਾਂ ਪਿਓ ਵੀ ਕਹਿੰਦੇ ਅਸੀਂ ਆਏ ਸੀਗੇ 11 ਤਰੀਕ ਸਵੇਰੇ, ਤਾਂ ਇਹਦਾ ਮਤਲਬ 11 ਤਰੀਕ ਤੋਂ ਕੁੜੀ ਥੀ। ਤਾਂ ਬਿਲਕੁਲ ਫੇਕ ਨੈਰੇਟਿਵ ਕਰਕੇ ਮਹਿਬੂਬਾ ਮੁਫਤੀ ਨੇ ਸੈਂਕੜੋਂ ਨੌਜਵਾਨਾਂ ਨੂੰ ਕਥੂਆ ਡਿਸਟ੍ਰਿਕਟ ਦੇ ਅਰੈਸਟ ਕੀਤਾ ਔਰ ਟੌਰਚਰ ਕੀਤਾ, ਤਾਂ ਕਿ ਝੂਠੇ ਬਿਆਨਾਂ ਦੇ ਆਧਾਰ ਨਾਲ ਇਹ 7-8 ਬੰਦਿਆਂ ਨੂੰ ਇੰਪਲੀਕੇਟ ਕਰਤਾ ਫਾਲਸ ਕੇਸ ਵਿੱਚ। ਪਰ ਜਦੋਂ ਫੜਿਆ, ਕੋਈ ਸਿੱਟ ਬੈਠੀ ਹੋ, ਕੋਈ ਜਾਂਚ ਹੋਈ ਹੋ, ਉਹਦੇ ਆਧਾਰ ਤੇ ਚਲਾਨ ਪੇਸ਼ ਕੀਤਾ ਗਿਆ ਹੋਣਾ। ਚਲਾਨ ਦੀ ਕਹਾਣੀ ਝੂਠੀ, ਇੰਨੀ ਝੂਠੀ ਹੈ ਕਿ ਤੁਸੀਂ ਮਾਥਾ ਫੋੜ ਲਓ ਕਿ ਇਹ ਸਾਡੇ ਦੇਸ਼ ਦੀ ਪੁਲਿਸ ਹੈ। ਦੇਖੋ, ਝੂਠ ਬੋਲਣ ਦੇ ਵੀ ਕਾਇਦੇ ਹੁੰਦੇ ਹੈ। ਝੂਠ ਵੀ ਐਸਾ ਬੋਲੋ ਕਿ ਹਜ਼ਮ ਹੋ ਜਾਏ, ਇਹ ਹਜ਼ਮ ਹੋਣ ਲਾਇਕ ਹੀ ਨਹੀਂ ਹੈ। ਅਬ ਇਹਨਾਂ ਦੀ ਕੀ ਹੁੰਦਾ ਹੈ ਕਿ ਜੇ ਕਿ ਇਸਲਾਮੀਆ ਦੀ ਬੜੀ ਇੱਕ ਹੁੰਦੀ ਹੈ ਖਾਸੀਅਤ, ਮਾਰਦੇ ਵੀ ਹੈਗੇ, ਕਤਲ ਵੀ ਕਰਦੇ, ਤੇ ਵਿਕਟਿਮ ਵੀ ਖੁਦ ਬਣਾਉਣ ਦੀ ਉਹਨਾਂ ਨੂੰ ਕਲਾ ਆਉਂਦੀ ਹੈ। ਇਹਨਾਂ ਨੇ ਝੂਠ ਦਾ ਡੰਕਾ ਵੱਡੇ ਜਰਨਲਿਸਟ ਜਿਨ੍ਹਾਂ ਨੂੰ ਅੱਜ ਕੱਲ੍ਹ ਪੇਡ ਮੀਡੀਆ ਪ੍ਰੈਸਟੀਟਿਊਟ ਕਹਿਣ ਲੱਗ ਗਏ, ਬਰਖਾ ਦੱਤ, ਰਾਜਦੀਪ ਸਰਦੇਸਾਈ, ਇਹ ਵੱਡੇ ਕਿਉਂਕਿ ਇਹ ਟੌਪਿਕ ਆਪਣਾ ਹੋ ਰਹਾ। ਮੇਰਾ ਸਵਾਲ ਇਹ ਹੈ ਕਿ ਮੇਰਾ ਸਵਾਲ ਇਹ ਹੈ, ਹਾਂ ਮੈਮ, ਮੇਰਾ ਸਵਾਲ ਇਹ ਹੈ, ਉਹ ਰੇਪ ਹੋਇਆ ਮੁਸਲਮਾਨ ਲੜਕੀ ਦਾ, ਜਿਸ ਨਹੀਂ, ਚਲੋ ਜਿਵੇਂ ਵੀ ਕਹਾਣੀ ਬਣਾਈ, ਚਲੋ ਜਿਵੇਂ ਕਹਾਣੀ ਬਣਾਈ, ਮੰਨ ਲਓ ਜੇ ਕਿਸੇ ਵੀ ਵਰਗ ਦੀ ਲੜਕੀ ਹੁੰਦੀ ਤਾਂ ਵੀ ਤੁਸੀਂ ਇੰਨਾ ਤੱਥ ਉਜਾਗਰ ਕਰਕੇ ਵੱਡੀ ਕਿਤਾਬ ਲਿਖਦੇ। ਜੇ ਉਹ ਕਹਾਣੀ ਕਿਸੇ ਵੀ ਵਰਗ ਦੀ ਕੁੜੀ ਨਾਲ ਹੁੰਦੀ, ਤੁਸੀਂ ਇਸ ਲੈਵਲ ਦੀ ਕਿਤਾਬ ਲਿਖਦੇ। ਮੈਂ ਇੰਨੀਆਂ ਕਿਤਾਬਾਂ ਲਿਖੀਆਂ ਜੋ ਫੇਕ ਨੈਰੇਟਿਵ, ਅਬ ਜੈਸੇ ਗੁਜਰਾਤ ਦੰਗਿਆਂ ਦਾ ਜਿਹੜਾ ਝੂਠ, ਉਹ ਵੀ ਮੈਂ ਹੀ ਲਿਖੀ। ਦਿੱਲੀ ਦੇ 1984 ਦੰਗੇ ਥੇ, ਮੇਰੀ ਰਿਪੋਰਟ ਜਿਹੜੀ ਹੈਗੀ ਹੈ ਔਨ ਦ ਸਪੌਟ ਜਾ ਕੇ ਕੈਂਪਾਂ ਵਿੱਚ
ਔਨ ਦ ਸਪੌਟ ਆਈ ਵਾਸ ਔਨ ਦ ਸਟਰੀਟ ਜਦੋਂ ਹੋ ਰਹੇ ਸੀਗੇ। ਤਾਂ ਮੈਂ ਐਸੇ ਬਹੁਤ ਕੀਤੇ ਹੈ। ਦੋਸ਼ੀ ਕੌਣ ਕਿਤਾਬ ਉਹਦੇ ਵਿੱਚ ਵੀ ਕੁਝ ਕੰਮ ਕੀਤਾ? ਨਹੀਂ, ਮੇਰੀ ਗੈਂਗਸਟਰ ਰੂਲ ਮਾਨੁਸ਼ੀ ਦੀ ਹੈਗੀ, ਉਹ ਨਾਰਥ ਅਮਰੀਕਾ ਵਿੱਚ ਵੀ ਉਹਦੀਆਂ ਕਮ ਸੇ ਕਮ 2 ਲੱਖ ਪੰਜਾਬੀ ਚ ਟਰਾਂਸਲੇਟ ਕਰਕੇ ਛਪੀਆਂ। ਮੈਨੂੰ 60 ਗੁਰਦੁਆਰਿਆਂ ਵਿੱਚ ਸਰੂਪੇ ਦਿੱਤੇ ਗਏ ਸੀ ਉਹਦੇ ਲਈ। ਤਾਂ ਮੈਂ ਬਹੁਤ ਐਸੇ ਕੰਮ ਕਰ ਚੁੱਕੀ ਹਾਂ। ਮੈਮ ਕੇਸ ਚੱਲਿਆ ਹੋਇਆ, ਕੇਸ ਨੂੰ ਚੁਣੌਤੀ ਦੇਣੀ ਪੈਂਦੀ ਹੈ ਕਿ ਗਲਤ ਕਹਾਣੀ ਬਣਾਈ ਗਈ ਹੈ। ਉਸ ਲੈਵਲ ਦੇ ਵਕੀਲ ਹੈਗੇ ਨੇ ਜਿਹੜੇ ਉਸ ਕੇਸ ਨੂੰ ਚੁਣੌਤੀ ਦੇ ਸਕਦੇ ਨੇ? ਇਹ ਬੜੀ ਮੁਸ਼ਕਿਲ ਗੱਲ ਹੈਗੀ ਹੈ ਕਿ ਉਸ ਲੈਵਲ ਦੇ ਵਕੀਲ ਇਹਨਾਂ 8 ਪਰਿਵਾਰਾਂ ਕੋਲ ਤਾਂ 7 ਪਰਿਵਾਰਾਂ ਕੋਲ ਹੈ ਨਹੀਂ, ਕਿਉਂਕਿ ਗਰੀਬ ਹੈ। ਔਰ ਜਿਹੜੇ ਲੈਫਟਿਸਟ ਇਕੋਸਿਸਟਮ ਵਿੱਚ ਵੱਡੇ ਵੱਡੇ ਵਕੀਲ ਖੜੇ ਹੋ ਜਾਂਦੇ ਹੈ, ਉਹਨਾਂ ਦੇ ਟੈਰਰਿਸਟ ਲਈ ਵੀ ਆਪ ਦੇਖਦੇ ਹੋ, ਤੁਸੀਂ ਦੇਖਦੇ ਹੋ ਬੁਰਹਾਨ ਵਾਨੀ ਲਈ ਵੀ ਤੇ ਕਸਾਬ ਜਿਹੜਾ ਮੁੰਬਈ ਟੈਰਰ ਅਟੈਕਸ ਦਾ, ਉਹਦੇ ਲਈ ਵੀ ਕਿੰਨੇ ਵੱਡੇ ਵੱਡੇ ਵਕੀਲ ਖੜੇ ਹੋ ਗਏ ਸੀਗੇ। ਸਾਡੇ ਕੋਲ ਨਹੀਂ ਹੈਗੇ ਇਮਾਨਦਾਰ ਵਕੀਲ ਜੋ ਜ਼ਿਆਦਾ ਪੈਸਾ ਲਏ ਬਗੈਰ ਗਰੀਬਾਂ ਦਾ ਕੰਮ ਫ੍ਰੀ ਕਰਦੇ, ਨਹੀਂ ਹੈਗੇ। ਇਹ ਦਿੱਕਤ ਬਣੀ ਹੋਈ ਹੈ। ਤੇ ਕੇਸ ਕਿੱਥੇ ਪਹੁੰਚਿਆ ਹੋਇਆ ਹੁਣ? ਹੁਣੇ ਹਾਈ ਕੋਰਟ ਕਿੰਨੀ ਹੋਈ, ਕਿੰਨੇ ਬੰਦਿਆਂ ਨੂੰ ਹੋਈ? 3 ਬੰਦਿਆਂ ਨੂੰ ਲਾਈਫ ਇੰਪ੍ਰਿਜ਼ਨਮੈਂਟ ਦਿੱਤੀ। ਉਸ ਤਿੰਨਾਂ ਵਿੱਚ 2 ਤਾਂ ਟੀਨੇਜਰ ਸੀਗੇ, ਪਰ ਜੱਜ ਨੇ ਉਹਨਾਂ ਨੂੰ ਟੀਨੇਜਰ ਮੰਨਣ ਨੂੰ ਵਿਸ਼ਵਾਸ ਨਹੀਂ। ਸਕੂਲ ਸਰਟੀਫਿਕੇਟ ਹੈ, ਬਰਥ ਸਰਟੀਫਿਕੇਟ ਹੈ, ਫਿਰ ਵੀ ਕਹਿੰਦਾ ਨਹੀਂ ਇਹ ਟੀਨੇਜਰ ਨਹੀਂ ਹੈਗੇ। ਮੈਡੀਕਲ ਰਿਪੋਰਟ ਕੀ ਹੈ ਸੀ ਉਹ ਲੜਕੀ ਦੀ, ਉਹ ਚ ਕੀ ਹੈ? 4 ਸਾਲ ਦਾ ਡਿਫਰੈਂਸ ਦਿਖਾਉਂਦੀ ਹੈ ਮੈਡੀਕਲ ਰਿਪੋਰਟ। ਬੋਨ ਔਸੀਫਿਕੇਸ਼ਨ ਟੈਸਟ ਕੋਈ ਜ਼ਰੂਰੀ ਨਹੀਂ ਹੁੰਦਾ ਅਗਰ ਤੁਹਾਡੇ ਕੋਲ ਬਰਥ ਸਰਟੀਫਿਕੇਟ ਹੈ। 10ਵੀਂ ਦਾ ਮੈਂ ਗੱਲ ਕਰਦਾ, ਰੇਪ ਹੋਇਆ ਨਹੀਂ ਹੈ ਉਹਦੀ ਵੀ ਇੱਕ ਮੈਡੀਕਲ ਰਿਪੋਰਟ ਹੁੰਦੀ ਹੈ। 2 ਪੋਸਟਮਾਰਟਮ ਰਿਪੋਰਟਾਂ ਹੈਗੀਆਂ, ਦੋਨੋਂ ਰਿਪੋਰਟਾਂ ਵਿੱਚ ਜੋ ਲਿਖਿਆ ਹੈ ਉਹ ਰੇਪ ਨੂੰ ਸਪੋਰਟ ਨਹੀਂ ਕਰਦਾ। ਫਿਰ ਫੋਰੈਂਸਿਕ ਲੈਬ ਦੀ ਰਿਪੋਰਟ ਹੁੰਦੀ ਹੈ जो वेजाइनल स्मेयर यानी जो प्राइवेट पार्ट होता है लड़की का, उस नहीं जो वेजाइना जिसको बोलते हैं ना, जिसमें लड़की का सेक्स ऑर्गन, उसमें से स्मेयर लेते हैं और उसमें देखते हैं कि स्पर्म है कि नहीं या उसमें क्या और मिलता है। वेजाइनल स्मेयर जड़ा हैगा और जो उदा पोस्टमार्टम दा रिपोर्ट है कहंदा किधरे भी ਸਪਰਮ ਨਹੀਂ ਮਿਲਿਆ। ਸਪਰਮ ਨਹੀਂ ਮਿਲਿਆ, ਜੇ ਸਪਰਮ ਨਹੀਂ ਮਿਲਿਆ ਤੇ ਇਹਦਾ ਮਤਲਬ ਰੇਪ ਹੀ ਨਹੀਂ ਹੋਇਆ। ਗੈਂਗ ਰੇਪ ਤੋਂ ਬੜੀ ਦੂਰ ਦੀ ਗੱਲ। ਦੂਸਰਾ, ਅਗਰ ਕਿਸੇ 8-10 ਸਾਲ ਦੀ ਕੁੜੀ ਨਾਲ ਗੈਂਗ ਰੇਪ ਹੋਵੇ 2-3 ਵਾਰ ਤੇ ਉਹਦੇ ਅੰਦਰ ਵੀ ਤਾਂ ਕੁਛ ਜ਼ਖਮ, ਕੋਈ ਉਹ ਜ਼ਖਮ ਨਹੀਂ। ਕਹਿੰਦੇ ਜੀ ਉਹਦੇ ਸਿਰ ਤੇ ਪੱਥਰ ਮਾਰਿਆ, ਉਹਦਾ ਇੱਕ ਬੂੰਦ ਨਹੀਂ ਸਿਰ ਤੇ, ਕੋਈ ਕਰੈਕ ਨਹੀਂ ਹੋਈ ਬੋਨ। ਜਿਹੜੀ ਇੰਜਰੀਜ਼ ਹੈਗੀਆਂ, ਇੱਕ ਈਅਰ ਕੰਨ ਦੇ ਪਿੱਛੇ ਛੋਟੀ, ਇੱਕ ਥਾਈ ਤੇ ਅਬਰੇਸ਼ਨ। ਪਰ ਤੁਸੀਂ ਇਹ ਸਾਰੀ ਕਹਾਣੀ ਨੂੰ ਝੁਠਲਾਤਾ ਪੁਲਿਸ ਨੂੰ, ਫਿਰ ਇਹ ਘਟਨਾ ਕੀ ਹੋਈ, ਕਿਹਨੇ ਕੀਤਾ ਇਹ ਸਾਰਾ ਕੁਝ? ਮੈਂ ਤਾਂ ਕਹਿ ਰਹੀ ਹਾਂ ਇਹ ਕਿਹਾ ਇਹਨਾਂ ਨੇ ਕਿ ਸਾਂਝੀ ਰਾਮ ਪਟਵਾਰੀ ਨੇ ਮਾਸਟਰਮਾਈਂਡ ਕੀਤਾ। ਮੈਂ ਡੰਕੇ ਦੀ ਚੋਟ ਨਾਲ ਕਹਿ ਰਹੀ ਹਾਂ ਇਹ ਮਾਸਟਰਮਾਈਂਡ ਮਹਿਬੂਬਾ ਮੁਫਤੀ ਨੇ ਕੀਤਾ। ਔਰ ਉਹ ਵੀ ਇਹ ਪਾਕਿਸਤਾਨ ਤੋਂ ਪੂਰਾ ਸਕ੍ਰਿਪਟ ਆਉਂਦਾ ਹੈ। ਔਰ ਜੋ ਉਹਦੇ ਨਾਲ ਇੱਕ ਬੰਦਾ ਤਾਲਿਬ ਹੁਸੈਨ, ਬੜਾ ਹੀ ਹਿਸਟਰੀ ਸ਼ੀਟਰ ਹੈਗਾ, ਸੀਰੀਅਲ ਰੇਪਿਸਟ ਹੈਗਾ ਤਾਲਿਬ ਹੁਸੈਨ, ਜਿਹਨੇ ਇਹ ਸਾਰੀ ਮੂਵਮੈਂਟ ਲੀਡ ਕੀਤੀ ਮਹਿਬੂਬਾ ਮੁਫਤੀ ਦੀ ਸ਼ਹਿ 'ਤੇ। ਉਸ ਦੀ ਪਤਨੀ ਨੇ, ਉਹਦੀ बीवी ने उस ते केस किया होया डोमैसटिक वायलेंस का। मनु पिटदा बड़ा सी, हुण छड्ड गया है क्योंकि मेरी 2 बेटियां हैं, बेटा नहीं है, मेरे सारे गहने लूट लिए। उसकी सिस्टर इन लॉ ने उस ते केस किया है, मनु रेप किया है। JNU दी कुड़ी ने लिखा है कि बड़ियां कुड़ियां नाल इसने आके रेप किया है। और जम्मू यूनिवर्सिटी चो रस्टिकेट होया वायलेंस लई और कहता मैं लॉयर हाँ, कभी उन्हें पास ही नहीं की डिग्री। झूठा फरेबी क्रिमिनल है बंदा जो इहदा लीडर बन गया। कह सकते हैं कि जम्मू कश्मीर दे विच हुकूमत बदली हुई है, धारा 370 भी टुट गई है, हुण सीधा सेंटर के अंडर है वो जिहड़ा सिस्टम है। हुण सेंटर तक तुसीं गल कीती है कि ये केस दे विच दुबारे जांच होवे कि जिन्हों भी इंसाफ सही मिले जां जिन्हां नाल बेइंसाफी हुई है उन्होंने भी इंसाफ मिले। देखो शुरू ते ही बार एसोसीएशन ने स्ट्राइक तक की, बड़े बड़े प्रोटेस्ट डेमोनस्ट्रेशन होए सिगे जम्मू में। बार एसोसीएशन ने 12-15 दिन स्ट्राइक की कि CBI प्रोब कराओ। CBI प्रोब हो जाती तो सारी गल साफ हो जाती तावी,
ਉਹ ਮੰਨੇ ਨਹੀਂ, ਸੁਪਰੀਮ ਕੋਰਟ ਤੱਕ ਵੀ ਉਹ ਮਿੰਨਤਾਂ ਤਰਲੇ ਕਰਨੇ ਗਏ ਔਰ ਪੀਐਮਓ ਨੇ ਵੀ ਨਹੀਂ ਮੰਨਿਆ। ਅਬ ਜੋ ਵੀ ਕਾਰਨ ਸੀਗੇ ਨਹੀਂ ਮੰਨਿਆ। ਮੈਂ ਇਹ ਸਾਰੇ ਐਵੀਡੈਂਸ ਇਸੀलिए ਇਕੱਠੇ ਕੀਤੇ ਹੈ ਤਾਂ ਕਿ ਜੋ ਜਿਨ੍ਹਾਂ ਨੇ ਸੀਬੀਆਈ ਪ੍ਰੋਬ ਨੂੰ ਠੁਕਰਾਇਆ ਉਹ ਕਮ ਸੇ ਕਮ ਹੁਣ ਤਾਂ ਦੇਖ ਲੈਣ। ਇਹ ਜਿਹੜੀ ਕਿਤਾਬ ਲਿਖੀ ਹੈ ਇਹਦੇ ਵਿੱਚ ਕਿੰਨੇ ਬੰਦਿਆਂ ਨੂੰ ਤੁਸੀਂ ਮਿਲੇ, ਕਿਹੜੀਆਂ ਘਟਨਾਵਾਂ ਦੇਖੀਆਂ, ਮੌਕੇ ਤੇ ਸਾਰਾ ਘਟਨਾਕ੍ਰਮ ਦੇਖਿਆ ਜਾਂ ਲੋਕਾਂ ਨਾਲ ਗੱਲ ਕੀਤੀ ਹੋ, ਕਿਵੇਂ ਸਾਰੇ ਤੱਥ ਤੁਹਾਡੇ ਧਿਆਨ ਦੇ ਵਿੱਚ ਆਏ? देखो कथुआ जाके तो बड़े लोगों की इंटरव्यू की मैं, पर नाल सब तो वड्डी है जो कानूनी दस्तावेज है, जो मैं कहनी झूठे फरेबी सारे बयान है गया है, झूठी चार्जशीट है, जजमेंट बिल्कुल नॉनसेंसिकल है, ਉਹਦਾ ਬਾਰੀਕੀ ਨਾਲ ਇੰਨੇ ਦਸਤਾਵੇਜ਼ ਹੁੰਦੇ ਆ ਨਾ ਪੇਸ਼ ਅਧਿਐਨ ਕੀਤਾ ਡਿਟੇਲ ਦੇ ਵਿੱਚ, ਔਰ ਹੰਡਰਡਸ ਵਿਟਨੈਸਸ ਹੈਗੇ ਉਹਨਾਂ ਦਾ ਸਾਰਾ ਅਧਿਐਨ ਕੀਤਾ। ਉਹਨਾਂ ਦੇ ਡਾਕੂਮੈਂਟਸ ਦੇ ਹਿਸਾਬ ਨਾਲ ਹੀ ਮੈਂ ਕਹਿੰਦੀ ਹਾਂ ਇਹ ਬਕਵਾਸ ਕਹਿ ਰਿਹਾ ਹੈ, ਕਿਉਂਕਿ ਉਹਨਾਂ ਦੀ ਪੋਸਟਮਾਰਟਮ ਰਿਪੋਰਟ ਹੀ ਕਹਿੰਦੀ ਰੇਪ ਦਾ ਕੋਈ ਐਵੀਡੈਂਸ ਨਾਲ ਤੁਸੀਂ ਕਿਸੇ ਵਕੀਲ ਨਾਲ ਵੀ ਇਹ ਗੱਲਾਂ ਸਾਂਝੀ ਕੀਤੀਆਂ ਕਿ ਇੱਥੇ ਕਾਨੂੰਨੀ ਪਹਿਲੂ ਤੋਂ ਮਾਰ ਖਾਧੀ ਹੋਈ ਹੈ ਜਾਂ ਫਿਰ ਗਲਤ ਕੇਸ ਬਣਾਇਆ ਗਿਆ? ਨਹੀਂ, ਮੈਂ ਜਦ ਕਿਤਾਬ ਲਿਖ ਲਈ ਤੇ ਮੈਂ ਸਭ ਤੋਂ ਪਹਿਲਾ ਜਿਹੜਾ ਡਰਾਫਟ ਸੀਗਾ अर्ਲੀ ਡਰਾਫਟ ਉਹ ਮੈਂ ਮਹੇਸ਼ ਜੇਠਮਲਾਨੀ ਜੀ ਨੂੰ ਦਿਖਾਇਆ ਕਿ ਤੁਸੀਂ ਦੇਖ ਲਓ। ਫਿਰ ਸਾਡੇ ਇੱਕ ਦੋਸਤ ਹੈਗੇ ਜੋ ਰਿਟਾਇਰਡ ਆਈਪੀਐਸ ਆਫਿਸਰ ਸੀਬੀਆਈ ਵੀ ਆਫੀਸ਼ੀਏਟਿੰਗ ਸੀ, ਮੈਂ ਉਹਨਾਂ ਨੂੰ ਵੀ ਦਿਖਾਇਆ। ਫਿਰ ਇੱਕ ਹੋਰ ਵਕੀਲ ਜੋ ਸਾਡਾ ਮਾਨੂਸ਼ੀ ਸੰਗਠਨ ਦਾ ਕੰਮ ਕਰਦਾ ਹੈ ਉਹਨੂੰ ਮੈਂ 2 ਵਾਰੀ ਪੜਵਾਇਆ ਕਿ ਲੀਗਲੀ ਸਾਊਂਡ ਹੈ ਕਿ ਨਹੀਂ। ਮੈਂ ਬਹੁਤ ਮੂੰਹ ਫਟ ਤਰੀਕੇ ਨਾਲ ਗੱਲ ਕੀਤੀ ਹੈ, ਨਾ ਲੈ ਹੈ ਜਿਨ੍ਹਾਂ ਦੀ ਇਹ ਕੌਨਸਪੀਰੇਸੀ ਹੈ, पर मैं क्या लीगली साउंड है कि नहीं, जो मैं कह रही हूँ ये कोर्ट ऑफ लॉ में मैं आर्ग्यू कर सकती हूँ ना ठीक ठाक। और सबने कहा यस, तब ये मैंने छापा। ਤੁਸੀਂ ਲਾ ਵਗੈਰਾ ਕੀਤਾ ਹੋਇਆ ਜੇ ਤੁਸੀਂ ਕੋਰਟ 'ਚ ਤੁਹਾਨੂੰ ਅਪੀਅਰ ਹੋਣਾ ਪਏ? मैं लॉ नहीं किया पर मैं लीगल एड बड़ा किया है, PIL बहुत की है और अक्सर जी PIL करने तो मैं ड्राफ्टिंग खुद ही करती सी हमेशा। ਤੇ ਇਸ ਮਾਮਲੇ ਨੂੰ ਲੈ ਕੇ ਤੁਹਾਨੂੰ ਕੋਈ ਦਿੱਕਤਾਂ ਵੀ ਆਈਆਂ? ਐਡੀ ਵੱਡੀ ਬੁੱਕ ਲਿਖੀ, ਕਈਆਂ ਦੇ ਖਿਲਾਫ ਤੁਸੀਂ ਤਿੱਖਾ ਲਿਖਿਆ, ਸਪਸ਼ਟ ਲਿਖਿਆ। बहुत दिक्कत आई हैं जी, बहुत दिक्कत, धमकियाँ भी मिलती हैं, गालियाँ तो इन्नियाँ खानियाँ पै रही हैं। बट मैंने कहा ना अगर तुसी मनु इत्थे बंदूक भी रख दो ना तो कहो तू कह दे नहीं झूठी है, मैं कहूँगी नहीं, मैं सच कह रही हाँ। और मैं मेरे तो कोई लगते नहीं ना वो जम्मू के बेचारे गरीब परिवार, मेरे कोई उन्होंने पर्सनल लेन देन नहीं है, पर मैं स्टडी करके कहनी मासूमां नूं टारगेट किया है और वो भी जम्मू के हिंदुआं नूं उत्थों कथुआ तो हटाण लई निकालन लई। ते जो पार्टीशन विच होया ना कि मुस्लिम मेजोरिटी बना मिनी पाकिस्तान बनाते जाओ, एक तो बाद एक मिनी पाकिस्तान बने जा रहे हैं। ਲਾਸਟ ਗੱਲ ਆਪਾਂ ਇਹ ਵੀ ਲੈ ਲਈ ਕਿ ਜੂਨ 84 ਜਿਹੜਾ ਹੋਇਆ ਦਿੱਲੀ, ਹਾਂ ਦਿੱਲੀ ਦੰਗਿਆਂ ਬਾਰੇ, ਸਿੱਖ ਵਿਰੋਧੀ ਕਾਤਲਿਆਂ ਬਾਰੇ ਤੁਸੀਂ ਲਿਖਿਆ, अजे तक इंसाफ नहीं मिले, ਉਹਦੇ ਬਾਰੇ ਕੀ ਕਹਿਣਾ ਚਾਹੋਗੇ? देखो अगर किसी दंगे विच थोड़ा बहुत मिलिया तो 84 और उस ਲਈ क्योंकि बहुत लोगों ने ਉਹਦਾ सच मतलब उसी वक्त जिवें 2 रिपोर्ट आई सी, एक तो हु आर द गिल्टी PUCL वाली, एक मेरी मानुषी वाली, ये 2 इनके आधार पर बहुत कुछ साफ हुआ। और इसीलिए और फिर उसके लिए केसेस भी हुए, मैं भी सुप्रीम कोर्ट गई थी उस वक़्त कि ये भी ऊपर से ये राजीव गांधी सरकार ने करवाया है, सिर्फ SHO और पुलिस थाने तक मत बात सीमित रखो। मैं भी PIL लेके गई थी, खैर उसमें होना नहीं था क्योंकि उस वक़्त कांग्रेस को बड़ा नशा था, पर कुछ लोग तो फिर भी थोड़ी बहुत नाम मात्र सज़ा। पर जे तुसी गुजरात दा देखो बहुत मासूमां नूं सज़ा दे दी है झूठे नैरेटिव नाल, उस ते भी मैं बहुत कुछ लिखा है। ਉੱਥੇ ਜਿਹੜੇ ਮੇਨ ਮੁਲਜ਼ਮ ਸੀ ਉਹਨਾਂ ਨੂੰ ਸਜ਼ਾ ਮਿਲੀ ਨਹੀਂ। गुजरात विच तां जो मासूम सीगे, सब तो मासूमियत दा केस है डॉक्टर माया कोडनानी, वो भी उसके ऊपर भी मैं पूरा लिखा है कि वो एविडेंस है कि वो असैम्बली विच है, वो पिछे घड़ी है कि इन्ने बजे वो असैम्बली विच सीगी, MLA सीगी।
ਫਿਰ ਉਹ 16 ਹਸਪਤਾਲ ਜਾਂਦੀ ਹੈ, ਉਹ ਵੀ ਟਾਈਮ ਦਿਖ ਰਿਹਾ ਹੈ ਕਿ ਉਹ ਇੰਨੇ ਵਜੇ ਇਸ ਹਸਪਤਾਲ ਵਿੱਚ ਸੀਗੀ, ਫਿਰ ਇੱਥੇ ਜਾਂਦੀ ਉੱਥੇ ਜਾਂਦੀ, ਉਹ ਸਾਰਾ ਰਿਕਾਰਡਡ ਹੈ ਵੀਡੀਓ। ਫਿਰ ਵੀ ਕਹਿੰਦੇ ਜੀ ਉਹ 50 ਮੀਲ ਦੂਰ ਹਥਿਆਰ ਵੰਡ ਰਹੀ ਸੀਗੀ ਕਿ ਮਾਰੋ ਕੱਟੋ ਮੁਸਲਮਾਨਾਂ ਨੂੰ, ਉਹ ਉਹਦੇ ਹੀ ਆਪਣੇ ਪੇਸ਼ੈਂਟ ਸੀਗੀ। ਡਾਕਟਰ ਹੈ ਜੋ ਉਹਨਾਂ ਦੀ ਸਰਵਿਸ ਵਿੱਚ ਹੀ ਸਾਰੀ ਜ਼ਿੰਦਗੀ ਮੁਸਲਿਮ ਮੁਹੱਲੇ 'ਚ ਰਹਿ ਕੇ ਉਹਨਾਂ ਦੇ ਬੱਚੇ ਡਿਲੀਵਰ ਕਰਵਾਉਂਦੀ ਸੀ, ਉਹ ਥੀ ਨਹੀਂ ਉੱਥੇ, ਫਿਰ ਵੀ ਉਸ ਨੂੰ ਉਹ ਕਿੰਨੇ ਸਾਲ ਉਹਨੂੰ ਜੇਲ੍ਹ ਵਿੱਚ। ਲਾਸਟ ਸਵਾਲ ਇੱਕ ਕਿ ਕਿਤੇ ਵੀ ਇੰਡੀਆ ਦੇ ਵਿੱਚ ਦੰਗੇ ਨਾ ਹੋਣ, ਕਿਸ ਤਰ੍ਹਾਂ ਦਾ ਪਾਲਿਸੀਜ਼ ਬਣਨ, ਕਿਸ ਤਰ੍ਹਾਂ ਦਾ ਮਾਹੌਲ ਬਣੇ? ਇੱਕ ਭਾਈਚਾਰਾ ਟੁੱਟ ਗਿਆ, ਅੱਜ ਵੀ ਦੰਗੇ ਆਪਾਂ ਦੇਖਦੇ ਹਾਂ ਕਿ ਹੁੰਦੇ ਨੇ, ਦੰਗੇ ਨਾ ਹੋਣ ਤੇ ਕੀ ਹੋਵੇ? ਨਹੀਂ ਚਲੋ ਹੋ ਰਹੇ ਨੇ ਪਰ ਗੱਲਾਂ ਉਜਾਗਰ ਨਹੀਂ ਹੁੰਦੀਆਂ। देखो दो बातें, दंगे तो नहीं हो रहे जैसे होते थे। दंगे तो अब यूपी सरकार ने क्रैकडाउन किया ना, करने को तैयार थे। SCA ਨੂੰ लेके बिल्कुल बकवास इशू था, नॉनसेंस, दंगे करने को तैयार थे ना शाहीन बाग को लेकर, पर नहीं होने दे रहे, दंगे तो नहीं हो रहे। पर जो प्रॉब्लम ये है, दंगे हमेशा अगर आप इतिहास देखें, 84 ਨੂੰ ਭੁੱਲ ਜਾਓ, ਦੰਗੇ ਹਮੇਸ਼ਾ ਮੁਸਲਿਮ ਸਮਾਜ ਕਰਦਾ ਹੈ। ਚਲੋ ਆਪਾਂ ਸਿੱਧਾ ਨਾ ਲਈ ਕਿਸੇ ਵਰਗ ਦਾ ਨਾਂ, ਕਿਉਂਕਿ ਆਪਾਂ ਇੱਥੇ ਹੋਰ ਗੱਲ ਕਰਦੇ ਹਾਂ, ਆਪਾਂ ਭਾਈਚਾਰਾ ਬਣਾਉਣ ਦੀ ਗੱਲ ਕਰਦੇ ਹਾਂ। ਜੇ ਆਪਾਂ ਕਿਸੇ ਭਾਈਚਾਰੇ ਦਾ ਨਾਂ ਲਵਾਂਗੇ ਉਹ ਆਪਾਂ ਭਾਈਚਾਰਾ ਤੋੜਨ ਦੀ ਗੱਲ ਕਰਾਂਗੇ। ਮੈਂ ਕਹਿੰਦਾ ਵੀ ਆਪਾਂ ਨਾਂ ਨਾ ਲਈਏ। ਗੱਲ ਇਸ ਲਈ ਜ਼ਰੂਰੀ ਹੈ। ਤਾਂ ਸਿੱਧਾ ਲੱਗਦਾ ਕਿ ਤੁਸੀਂ ਮੁਸਲਮਾਨ ਵਿਰੋਧੀ ਹੋ ਫਿਰ, ਕਿ ਮੁਸਲਮਾਨ ਕਰਾਉਂਦੇ ਆ। ਮੇਰੀ ਗੱਲ ਸੁਣੋ ਤੁਸੀਂ, ਅਗਰ ਜਿਵੇਂ ਅਤੀਕ ਅਹਿਮਦ ਦਾ ਜੋ ਹੋਇਆ, ਜੋ ਬੰਦਾ ਮਾਫੀਆ ਡੌਨ ਸੀ, ਕਿੰਨੇ ਬੰਦਿਆਂ ਨੂੰ ਉਹਨੇ ਤਬਾਹ ਕੀਤਾ, ਮਤਲਬ ਬਿਲਕੁਲ ਕਿੰਨਿਆਂ ਦੇ ਸਰੀਰ ਦੇ ਟੁਕੜੇ ਟੁਕੜੇ ਕਰਕੇ ਉਹਨੇ क्या नहीं किया, टेररिस्ट सीगा। तो ऐसे डॉन्स होंगे जो टेरराइज करते हैं, और हम कहें कि टेरराइज कर रहा है एक मुस्लिम डॉन, तो आप तुझे को मुस्लिम विरोधी हो। ਉੱਥੇ ਸਿਸਟਮ ਦੀ ਗਲਤੀ ਹੈ। ਜਦੋਂ ਉਹਨੇ ਦੰਗੇ ਜਦੋਂ ਉਹਨੇ ਬੰਦੇ ਮਾਰੇ ਉਦੋਂ ਫੜ ਕੇ ਅੰਦਰ ਦੇ ਦਿੰਦੇ, ਪੁਲਿਸ ਤਾਂ ਮਿਲੀ ਭੁਗਤ ਕਰ ਲੈਂਦੀ ਹੈ, ਪੋਲੀਟੀਕਲ ਲੋਕ ਸ਼ੈਲਟਰ ਦੇ ਦਿੰਦੇ। ਅਫਗਾਨਿਸਤਾਨ ਵਿੱਚੋਂ ਸਿੱਖਾਂ ਨੂੰ ਕੱਢਿਆ, ਹੁਣ ਮੈਂ ਕਹਾਂ ਕਿ ਮੁਸਲਮਾਨਾਂ ਨੇ ਕੱਢਿਆ, ਤੁਸੀਂ ਕਹੋਗੇ ਤੁਸੀਂ ਮੁਸਲਿਮ ਵਿਰੋਧੀ ਹੋ। ਆਏ ਨਾ ਆਪਣੀ ਭੀੜ ਚੁੱਕ ਕੇ, ਕਿਉਂ ਭੱਜੇ ਉੱਥੋਂ, ਕਿਉਂ ਪੁੱਛੇ, ਕਿਉਂ ਕਿੰਨੇ 100-200 ਪੂਰੇ ਮੁਸਲਮਾਨ ਇੱਦਾਂ ਨਹੀਂ ਆਪਾਂ ਕਹਿ ਸਕਦੇ ਸਾਰੇ ਬੰਦੇ ਮਾੜੇ ਆ, ਉਹਦੇ ਪਿੱਛੇ ਕੁਝ ਹੋਰ ਤਾਕਤਾਂ ਹੁੰਦੀਆਂ ਨੇ। ਹੁਣ ਮੈਂ ਉਹ ਠੀਕ ਹੈ ਗੱਲ, ਪਰ ਆਪਾਂ ਕਹਿੰਦੇ ਹਾਂ ਕਿ ਇਹ ਮਾਹੌਲ ਨੂੰ ਠੀਕ ਕਰਨਾ, ਫਿਰ ਆਪਾਂ ਕਿਸੇ ਵਰਗ ਦਾ ਨਾਂ ਨਾ ਲਈਏ, ਕਿਉਂਕਿ ਮੈਂ ਨਹੀਂ ਮੰਨਦੀ ਕਿ ਦੰਗੇ ਐ ਨਹੀਂ ਵੀ ਕੋਈ ਧਰਮ ਵਾਲੇ ਬੰਦੇ ਕਰਾਉਂਦੇ ਸਾਡੇ ਤੇ ਝੂਠੇ ਆਰੋਪ ਲਗਾ ਸਕਣ। ਅਸੀਂ ਇਹ ਵੀ ਨਾ ਕਹੀਏ ਕਿ ਤੁਸੀਂ ਝੂਠੇ ਆਰੋਪ ਲਗਾਉਂਦੇ ਹੋ, ਇਹਨੇ ਅਸੀਂ ਕਾਇਰ ਬਣ ਜਾਈਏ। ਨਹੀਂ, ਪਰ ਦਿੱਲੀ 'ਚ ਉਲਟ ਹੋ ਗਿਆ। ਦਿੱਲੀ ਦੇ ਵਿੱਚ ਉਲਟਾ ਮੁਸਲਮਾਨ ਤੇ ਕੇਸ ਵੀ ਕਰਤਾ। ਕਿਹੜਾ? ਦਿੱਲੀ 'ਚ 2 ਤਰ੍ਹਾਂ ਦੀ ਲੜਾਈ, ਜਿਆਦਾ ਮੁਸਲਮਾਨ ਠੋਕਦੇ ਅੰਦਰ ਕਰਤੇ। ਤੁਸੀਂ ਯੂ ਆਰ ਨਾਟ ਵੈਲ ਇਨਫॉर्म्ड, सॉरी, आई डू माई होमवर्क, प्लीज़ डोंट टेल मी दिस। मैंने जितने मुस्लिमों के साथ सपोर्ट किया, इंक्लूडिंग कश्मीर दे, इन्हों लीगल एड तक पहुँचाई, मैनू नहीं पता सी कि इन्हों सैटिस्फाई नहीं कर सकते। देखिए बड़ी सिंपल गल है। नहीं प्लीज़, ਬਾਰੇ ਤੁਸੀਂ PM ਮੋਦੀ ਨੂੰ ਕੀ ਅਪੀਲ ਕਰਨੀ ਚਾਹੋਗੇ? PM ਮੋਦੀ ਤੱਕ ਗੱਲ ਪਹੁੰਚ। नाराज़ हूँ PM मोदी नाल, बहुत नाराज़ हूँ, क्योंकि ये दूध का दूध पानी का पानी हो जाता अगर उस वक़्त बीजेपी के सीनियर लीडर भी मिन्नतें करने गए, इनके मिनिस्टर लीड कर रहे थे कि CBI जांच करा दो, क्यों नहीं माने प्रधानमंत्री जी? CBI जांच हो जाती, ये यहाँ तक बात नहीं पहुँचनी थी। मैं इसलिए इस बात से बहुत खफा हूँ मोदी जी से। ਇਹ ਸਨ ਮੈਮ ਮਧੂ ਕਿਸ਼ਵਰ, ਜਿਨ੍ਹਾਂ ਨੇ ਸਪਸ਼ਟ ਲਿਖਿਆ ਕਿ ਸਮੇਂ ਦੀ ਸਰਕਾਰ ਨੇ ਕਠੂਆ ਕਾਂਡ ਨੂੰ ਸਹੀ ਤਰ੍ਹਾਂ ਹੱਲ ਨਹੀਂ ਕਰਾਇਆ। ਹੁਣ ਵੀ ਇਹਨਾਂ ਨੇ ਕਿਹਾ ਕਿ ਜੇਕਰ CBI ਜਾਂਚ ਕਰਦੀ ਤਾਂ ਜਿਹੜੇ ਹੈਗੇ ਨਿਰਦੋਸ਼ੇ ਬੰਦੇ ਉਹਨਾਂ ਨੂੰ ਜੇਲ੍ਹ ਦੀ ਹਵਾ ਨਾ ਖਾਣੀ ਪੈਂਦੀ। ਸੋ ਮਾਮਲਾ ਹਾਈ ਕੋਰਟ ਦੇ ਅਧੀਨ ਆ, ਦੇਖਦੇ ਹਾਂ ਇਹ ਜੋ ਫੈਸਲਾ ਆਏਗਾ ਹਾਈ ਕੋਰਟ ਵੱਲੋਂ ਕਿ ਇਹਨਾਂ ਦੀ ਕਿਤਾਬ ਵਾਲਾ ਸੱਚ ਉਜਾਗਰ ਹੋਏਗਾ ਫੈਸਲੇ ਰਾਹੀਂ, ਜਾਂ ਫਿਰ ਪਹਿਲਾਂ ਦੀ ਤਰ੍ਹਾਂ ਝੂਠ ਤੇ ਮਿੱਟੀ ਪਾਈ ਜਾਏਗੀ। ਕੈਮਰਾਮੈਨ ਹਰਦੀਪ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ।